ਹਰਮੀਤ ਚੱਡਾ ਨੇ ਲਿਖਿਆ ਹੈ। ਸਤਿ ਸ੍ਰੀ ਅਕਾਲ ਬਾਬਾ ਜੀ, ਕਿਰਪਾ ਕਰਕੇ ਮਨ ਹਠ ਕਨੇ ਨਾ ਪਾਇਓ ਨੂੰ ਸਮਝਾਉਣਾ ਕਰੋ ਜੀ। ਪਰਮਾਤਮਾ ਨਾਲ ਪ੍ਰੇਮ ਕਿਸ ਤਰ੍ਹਾਂ ਪੈ ਸਕਦਾ ਹੈ, ਕਿਰਪਾ ਕਰਕੇ ਰਸਤਾ ਦੱਸੋ ਜੀ। ਰੋਜ਼ ਹੀ ਰਸਤਾ ਹੀ ਦੱਸਿਆ ਜਾ ਰਿਹਾ ਹੈ, ਪਰ ਮਨ ਰਸਤੇ 'ਤੇ ਚੱਲਣਾ ਨਹੀਂ ਚਾਹੁੰਦਾ ਹੈ। ਕਿਉਂਕਿ ਇਸ ਰਸਤੇ 'ਤੇ ਮਨ ਨੂੰ ਮਿਟਣਾ ਪੈਣਾ ਹੈ, ਅਤੇ ਮਨ ਮਿਟਣਾ ਨਹੀਂ ਚਾਹੁੰਦਾ ਹੈ। ਮਨ ਸੇਫ ਰਹਿਣਾ ਚਾਹੁੰਦਾ ਹੈ। ਤੇ ਮਨ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਰਹਿ ਰਿਹਾ ਹੈ ਵੈਸੇ ਹੀ ਰਹਿਣਾ ਵੀ ਚਾਹੁੰਦਾ ਹੈ, ਵੈਸੇ ਜੀਣਾ ਵੀ ਚਾਹੁੰਦਾ ਹੈ। ਸੰਸਾਰ ਦੇ ਵਿੱਚ ਸੰਸਾਰ ਨੂੰ ਛੱਡਣਾ ਵੀ ਨਹੀਂ ਚਾਹੁੰਦਾ ਹੈ, ਅਤੇ ਜੋ ਪਰਮਾਤਮਾ ਦੇ ਪਿਆਰਿਆਂ ਨੂੰ ਮਿਲਿਆ ਹੈ ਨਾ ਪਰਮਾਤਮਾ, ਉਹ ਵੀ ਪਾਉਣਾ ਚਾਹੁੰਦਾ। ਹੁਣ ਪਰਮਾਤਮਾ ਨੂੰ ਪ੍ਰੇਮ ਤਾਂ ਹੀ ਹੋਵੇਗਾ ਨਾ, ਪ੍ਰੀਤ ਤਾਂ ਹੀ ਹੋਵੇਗੀ ਨਾ, ਸੰਸਾਰ ਨਾਲੋਂ ਪ੍ਰੀਤ ਟੁੱਟੇਗੀ। ਫਿਰ ਜਗਤ ਮੈਂ ਝੂਠੀ ਦੇਖੀ ਪ੍ਰੀਤ, ਪਰ ਝੂਠੀ ਪ੍ਰੀਤ ਤੁਸੀਂ ਤਿਆਗਣੀ ਨਹੀਂ ਚਾਹੁੰਦੇ ਹੋ। ਝੂਠੀ ਪ੍ਰੀਤ ਨੂੰ ਹੀ ਤੁਸੀਂ ਸੱਚੀ ਪ੍ਰੀਤ ਸਮਝ ਲਿਆ ਹੈ, ਤੇ ਉਸ ਮੋਹ ਪਿਆਰ ਦੇ ਵਿੱਚ ਪਏ ਹੋਏ ਹੋ। ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨ ਤੇ ਮੂਰਤ ਭਗਵਾਨ। ਜਿਹੜਾ ਮਮਤਾ ਛੱਡਦਾ ਹੈ, ਲੋਭ ਮੋਹ ਅਭਿਮਾਨ, ਇਹ ਸਭ ਸੰਸਾਰ ਹੀ ਹੈ, ਤੇ ਇਹਨਾਂ ਨੂੰ ਛੱਡਣਾ ਹੈ। ਤਾਂ ਮਨ ਛੱਡਣਾ ਨਹੀਂ ਚਾਹੁੰਦਾ, ਝੂਠ ਛੱਡਣਾ ਨਹੀਂ ਚਾਹੁੰਦਾ ਹੈ, ਤੇ ਸੱਤ ਨੂੰ ਪਾਉਣਾ ਚਾਹੁੰਦਾ ਹੈ। ਫਿਰ ਝੂਠ ਛੱਡਣਾ ਕਠਿਨ ਹੈ ਬਹੁਤ, ਤੇ ਇਸ ਕਾਰਨ ਉਹ ਐਸਾ ਸਵਾਲ ਵੀ ਉਠਾਉਂਦਾ ਹੈ, ਮਨ ਹਠ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ। ਵੀ ਮਨ ਦੇ ਹੱਠ ਕਰਕੇ ਪਰਮਾਤਮਾ ਥੋੜ੍ਹੀ ਮਿਲਦਾ ਹੈ। ਧਿਆਨ ਕਰਨਾ, ਸਾਧਨਾ ਕਰਨੀ, ਸੰਸਾਰ ਨੂੰ ਛੱਡਣਾ, ਇਹ ਤੇ ਹੱਠ ਹੈ। ਤੇ ਇੱਥੇ ਲਿਖਿਆ ਹੋਇਆ ਵੀ ਹੱਠ ਨਹੀਂ ਕਰਨਾ, ਪਰ ਸਤਿਪੁਰਖ ਦੋਵੇਂ ਹੀ ਗੱਲਾਂ ਕਹਿੰਦੇ ਹਨ। ਹੱਠ ਦਾ ਅਰਥ ਹੁੰਦਾ ਸੰਕਲਪ, ਸੰਕਲਪ ਕਰਨਾ ਵੀ ਹੈ ਤੇ ਸੰਕਲਪ ਛੱਡਣਾ ਵੀ ਹੈ। ਉੱਧਰ ਨੂੰ ਜਾਣ ਵਾਸਤੇ ਬਹੁਤ ਕੁਛ ਕਰਨਾ ਵੀ ਹੈ, ਕਿਉਂਕਿ ਜੋ ਫੜਿਆ ਹੋਇਆ ਉਹ ਛੱਡਣ ਵਾਸਤੇ ਤਾਂ ਕੁਛ ਨਾ ਕੁਛ ਕਰਨਾ ਹੀ ਪਵੇਗਾ ਨਾ। ਅਸਤ ਨੂੰ ਤੁਸੀਂ ਪੜ੍ਹ ਲਿਆ, ਅਸਤ ਨੂੰ ਫੜਿਆ ਹੋਇਆ ਹੈ, ਇਹਨੂੰ ਛੱਡਣ ਵਾਸਤੇ ਕੁਝ ਕਰਨਾ ਹੈ। ਪਰਮਾਤਮਾ ਨੂੰ ਪਾਉਣ ਵਾਸਤੇ ਤਾਂ ਕੁਛ ਕਰਨ ਦੀ ਲੋੜ ਨਹੀਂ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਰਨਾ ਹੈ ਬਹੁਤ ਕੁਛ। ਵੀ ਜੋ ਚੰਬੜਿਆ ਹੈ ਤੁਹਾਡੇ ਨਾਲ, ਜਿਵੇਂ ਭੂਤ ਪ੍ਰੇਤ ਚੰਬੜੇ ਹੁੰਦੇ,
ਤੇ ਭੂਤ ਪ੍ਰੇਤ ਹੀ ਹਨ। ਕਿਹਾ ਵੀ ਹੈ ਨਾ, ਕਲ ਯੁੱਗ ਦੇ ਅੰਦਰ ਜਿੰਨਾ ਕਾ ਅਵਤਾਰ ਭੂਤ ਪ੍ਰੇਤ ਪੈਦਾ ਹੋਏ ਤੋ ਚੰਬੜ ਗਏ ਹਨ। ਤਾਂ ਉਹਨਾਂ ਨੂੰ ਹਟਾਉਣ ਵਾਸਤੇ ਤਾਂ ਕੁਝ ਕਰਨਾ ਹੀ ਪਵੇਗਾ। ਤੇ ਭੂਤ ਪ੍ਰੇਤ ਹੀ ਹਨ। ਜਿਹੜੇ ਤੁਹਾਡੇ ਮਨ ਦੇ ਅੰਦਰੋਂ ਨਿਕਲ ਨਹੀਂ ਰਹੇ ਹਨ। ਤੇ ਉਹਨਾਂ ਨੂੰ ਕੱਢਣ ਵਾਸਤੇ ਕੁਛ ਕਰਨਾ ਪਵੇਗਾ। ਪਰ ਕਰਕੇ ਹੀ ਪਰਮਾਤਮਾ ਨਹੀਂ ਮਿਲ ਜਾਂਦਾ, ਇਹ ਵੀ ਨਾਲ ਨਾਲ ਉਹ ਕਹਿੰਦੇ ਹਨ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਵੇਂ ਮੈਂ ਵੀ ਅਕਸਰ ਕਿਹਾ ਹੈ ਵੀ ਦੋ ਤਰ੍ਹਾਂ ਦੀ ਸਾਧਨਾ ਹੈ। ਇੱਕ ਧਿਆਨ ਯੋਗ ਤੇ ਇੱਕ ਪ੍ਰੇਮ ਯੋਗ। ਤੇ ਜਿਹੜੇ ਧਿਆਨ ਯੋਗ ਦੇ ਮਾਰਗ ਤੇ ਚੱਲਦੇ ਹਨ, ਆਪਣੇ ਆਪ ਹੀ ਸਾਧਨਾ ਕਰਦੇ ਹਨ, ਸੁਰਤ ਨੂੰ ਟਿਕਾਉਂਦੇ ਹਨ ਕਿਸੇ ਸ਼ਬਦ ਤੇ, ਜਾਂ ਸਵਾਸਾਂ ਤੇ, ਜਾਂ ਕਿਸੇ ਚੱਕਰ ਤੇ। ਉਹਨਾਂ ਨੂੰ ਸੰਕਲਪ ਕਰਨਾ ਪੈਂਦਾ ਹੈ। ਉਹ ਕਿਉਂਕਿ ਸੰਕਲਪ ਕੋਈ ਕਰੇਗਾ, ਬੈਠੇਗਾ ਤਾਂ ਹੀ ਧਿਆਨ ਟਿਕੇਗਾ ਨਾ। ਤੇ ਮਨ ਬੈਠਣਾ ਨਹੀਂ ਚਾਹੁੰਦਾ ਹੈ, ਭੱਜ ਭੱਜ ਕੇ ਜਾਂਦਾ ਹੈ। ਤੇ ਉਹਨੂੰ ਸੰਕਲਪ ਦੁਆਰਾ ਬਿਠਾਇਆ ਜਾਂਦਾ ਹੈ। ਇਸ ਕਾਰਨ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਰਿਸ਼ੀ ਮੁਨੀ ਹੋਏ ਹਨ, ਪ੍ਰਭੂ ਦੇ ਪਿਆਰੇ, ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਸੰਕਲਪ ਕੀਤੇ ਸਨ। ਘਰੋਂ ਨਿਕਲ ਗਏ, ਫਿਰ ਵਾਪਸ ਨਹੀਂ ਮੁੜੇ। ਜਿਵੇਂ ਗੌਤਮ ਬੁੱਧ ਹੀ ਲੈ ਲਓ, ਕਿੰਨਾ ਸੰਕਲਪ ਕੀਤਾ ਹੋਵੇਗਾ। ਸਰੀਰ ਕਹਿੰਦੇ ਉਹਨਾਂ ਦਾ ਸੁੱਕ ਗਿਆ ਸੀ ਬਿਲਕੁਲ। ਇਸੇ ਕਾਰਨ ਹੀ ਉਹਨਾਂ ਦੇ ਮਾਰਗ ਨੂੰ ਸ਼ਰਮ ਦਾ ਮਾਰਗ, ਮਿਹਨਤ ਦਾ ਮਾਰਗ, ਤਪੱਸਿਆ ਦਾ ਮਾਰਗ ਕਿਹਾ ਜਾਂਦਾ। ਗਿਆਨੀਆਂ ਦਾ ਵੀ ਇਹੋ ਹੀ ਮਾਰਗ। ਤੇ ਇਸ ਤਪੱਸਿਆ ਦੇ ਮਾਰਗ ਤੇ ਵੀ ਬਹੁਤ ਪਹੁੰਚੇ ਹਨ। ਪਰ ਪਹੁੰਚਦਾ ਉਦੋਂ ਹੀ ਹੈ ਆਦਮੀ ਸੰਕਲਪ ਦੁਆਰਾ, ਹੱਠ ਦੁਆਰਾ ਸਭ ਕੁਝ ਛੁੱਟ ਜਾਵੇ। ਜਿਵੇਂ ਗੌਤਮ ਬੁੱਧ ਦਾ ਸਭ ਕੁਝ ਛੁੱਟ ਗਿਆ ਸੀ। ਸਰੀਰ ਵੀ ਦੁਰਬਲ ਹੋ ਗਿਆ, ਤੁਰ ਨਾ ਹੋਵੇ, ਬਿਲਕੁਲ ਬੇਵਸੀ ਹੋ ਗਈ। ਬਹੁਤ ਸ਼ਰਮ ਕੀਤਾ, ਛੁੱਟ ਗਿਆ। ਫਿਰ ਉਹਨਾਂ ਦਾ ਅਖੀਰ ਤੇ ਆਣ ਕੇ ਇਹ ਸ਼ਰਮ ਵੀ ਛੁੱਟਿਆ, ਇਹ ਹੱਠ ਵੀ ਛੁੱਟਿਆ। ਕਿਉਂਕਿ ਹੱਠ ਸੀ ਕੁਛ ਪਾਉਣ ਵਾਸਤੇ, ਤੇ ਪਤਾ ਲੱਗਾ ਵੀ ਇੱਥੇ ਪਾਉਣਾ ਨਹੀਂ ਹੈ ਕੁਝ ਵੀ, ਗਵਾਉਣਾ ਹੀ ਹੈ। ਤੇ ਜਦੋਂ ਗਵਾਚ ਹੀ ਗਿਆ ਸਭ ਕੁਛ, ਤੇ ਫਿਰ ਹੱਠ ਕਿਉਂ ਕਰਨਾ ਹੈ। ਤੇ ਹੱਠ ਵੀ ਛੁੱਟ ਗਏ। ਤੇ ਉਹਦਾ ਪਤਾ ਲੱਗਾ। ਫਿਰ ਜਦੋਂ ਉਹਦਾ ਪਤਾ ਲੱਗਦਾ ਹੈ, ਫਿਰ ਇਉਂ ਹੀ ਲੱਗਦਾ ਹੈ ਹਰ ਇੱਕ ਨੂੰ, ਜਾਗਰਤ ਪੁਰਸ਼ ਨੂੰ, ਵੀ ਉਹਨੂੰ ਪਾਉਣ ਵਾਸਤੇ ਕੁਛ ਵੀ ਕਰਨ ਦੀ ਲੋੜ ਨਹੀਂ ਸੀ। ਕਿਉਂਕਿ ਉਹ ਤੇ ਅੰਦਰ ਹੀ ਮੌਜੂਦ ਹੈ। ਕਰਨਾ ਤੇ ਦੂਸਰੇ ਵਾਸਤੇ ਹੁੰਦਾ, ਦੂਸਰੀ ਚੀਜ਼ ਵਾਸਤੇ, ਪਾਉਣ ਵਾਸਤੇ ਕੁਝ। ਜਿਵੇਂ ਸੰਸਾਰ 'ਚ ਕੁਝ ਪਾਉਣਾ ਹੈ, ਧਨ ਪਾਉਣਾ ਹੈ, ਪ੍ਰਭਤਾ ਪਾਉਣੀ, ਕੁਛ ਪਾਉਣਾ ਹੈ ਤੇ ਕੁਛ ਕਰਨਾ ਪਵੇਗਾ। ਪਰ ਆਪਣੇ ਆਪ ਨੂੰ ਪਾਉਣ ਵਾਸਤੇ ਨਹੀਂ, ਤੈਨੂੰ ਕੁਝ ਕਰਨ ਦੀ ਲੋੜ ਹੈ। ਉਹ ਕਹਿੰਦੇ ਹਨ, ਉਹਨਾਂ ਦਾ ਅਨੁਭਵ ਹੈ। ਪਰ ਜਦੋਂ ਕੋਈ ਸਾਧਕ ਸੁਣ ਲੈਂਦਾ ਹੈ
ਉਹ ਸੋਚਦਾ ਹੈ ਵੀ ਇਹ ਮਾਰਗ ਹੀ ਬੜਾ ਸੁਖਾਲਾ ਹੈ, ਵੀ ਕੁਛ ਵੀ ਕਰਨ ਦੀ ਲੋੜ ਨਹੀਂ ਹੈ, ਅਤੇ ਉਹ ਖੁਸ਼ ਹੋ ਜਾਂਦਾ ਹੈ। ਕਈ ਸਾਧਕ ਬੜੇ ਖੁਸ਼ ਹੋ ਜਾਂਦੇ ਹਨ ਵੀ ਇਹ ਬਹੁਤ ਵਧੀਆ ਗੱਲ ਦੱਸਦੇ ਵੀ ਕੁਛ ਵੀ ਕਰਨ ਦੀ ਲੋੜ ਨਹੀਂ ਆਪਣੇ ਆਪ ਨੂੰ ਪਾਉਣ ਵਾਸਤੇ, ਪਰ ਕੁਛ ਨਾ ਕਰਨਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਮਨ ਕੁਛ ਕਰਨਾ ਗਿੱਝਿਆ ਹੋਇਆ ਹੈ। ਮਨ ਨੂੰ ਗਜਾਇਆ ਹੀ ਹੈ ਸ਼ੁਰੂ ਤੋਂ ਹੀ, ਕੁਛ ਕਰਨਾ ਹੈ, ਕੁਛ ਕਰਕੇ ਮਿਲਦਾ ਹੈ, ਅਤੇ ਇਸ ਕਰਕੇ ਮਨ ਕਰਨ ਨੂੰ ਹਟਦਾ ਨਹੀਂ। ਅਤੇ ਫਿਰ ਕਿਹਾ ਜਾਂਦਾ ਹੈ ਵੀ ਇਸ ਕਾਰਨ ਨੂੰ ਹਟਾਉਣ ਵਾਸਤੇ ਤੁਹਾਨੂੰ ਥੋੜ੍ਹਾ ਜਿਹਾ ਸੰਕਲਪ ਕਰਨਾ ਪਵੇਗਾ, ਹਠ ਕਰਨਾ ਪਵੇਗਾ। ਅਤੇ ਮਨ ਕਹਿੰਦਾ ਹੈ ਵੀ ਹਠ ਨਾ ਭਤੀਜ ਰੈਣ ਹੋਵੀਜ। ਗੱਲ ਤਾਂ ਠੀਕ ਹੈ ਵੀ ਹਠ ਦੇ ਨਾਲ ਨਹੀਂ। ਫਿਰ ਦੂਸਰਾ ਮਾਰਗ ਹੈ ਰੈਣ ਹੋਵੀਜ, ਪ੍ਰੇਮ ਦਾ ਮਾਰਗ। ਅਤੇ ਹੱਠ ਦੇ ਮਾਰਗ 'ਤੇ ਬਹੁਤ ਘੱਟ ਪਹੁੰਚਦੇ ਹਨ, ਕਰੋੜਾਂ ਹੀ ਚੱਲਦੇ ਹਨ, ਕੋਈ ਵਿਰਲਾ ਹੀ, ਕਿਉਂਕਿ ਐਡਾ ਲੰਬਾ ਹੱਠ, ਇੰਨਾ ਦ੍ਰਿੜਤਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਭੋਰੇ 'ਚ ਬੈਠੇ ਰਹੇ, ਉਹਨਾਂ ਨੇ ਤਾਂ ਹੱਠ ਹੀ ਕੀਤਾ ਸੀ। ਮਨ ਬਹਿਣਾ ਤਾਂ ਨਹੀਂ ਚਾਹੁੰਦਾ ਹੈ, ਮਨ ਘੁੰਮਣਾ ਫਿਰਨਾ ਆਉਣਾ ਜਾਣਾ, ਉਹ ਕਿਤੇ ਵੀ ਨਹੀਂ ਗਏ। ਰਿਸ਼ਤੇਦਾਰਾਂ ਦੇ ਵੀ ਕਿੰਨੇ ਉਹਨਾਂ ਦੇ ਸਾਕ ਸੰਬੰਧੀ ਹੋਣਗੇ ਉਸ ਸਮੇਂ ਰਿਸ਼ਤੇਦਾਰ, ਅਤੇ ਹੱਠ ਦੁਬਾਰਾ ਹੀ ਬੈਠਦਾ ਹੈ ਨਾ, ਬਿਨਾਂ ਹੱਠ ਤੋਂ ਥੋੜ੍ਹੀ ਬੈਠੇਗਾ। ਅਤੇ ਉਹਨਾਂ ਦਾ ਹੱਠ ਬਹੁਤ ਸੀ, ਹੱਠ ਦੁਬਾਰਾ ਹੀ ਨਹੀਂ ਮਿਲਦਾ ਹੈ, ਪਹਿਲਾਂ ਹੱਠ 'ਤੇ ਕਰਨਾ ਹੀ ਪੈਂਦਾ ਹੈ। ਫਿਰ ਦੂਸਰਾ ਮਾਰਗ ਹੈ ਪ੍ਰੇਮ ਦਾ, ਅਤੇ ਪ੍ਰੇਮ ਦੇ ਮਾਰਗ 'ਤੇ ਵੀ ਹੱਠ ਹੁੰਦਾ ਹੈ, ਕਰਨਾ ਨਹੀਂ ਪੈਂਦਾ ਹੈ। ਇਹ ਥੋੜ੍ਹਾ ਜਿਹਾ ਫਰਕ ਪੈਂਦਾ ਹੈ ਪ੍ਰੇਮ ਦੇ ਮਾਰਗ 'ਤੇ। ਧਿਆਨ ਦੇ ਮਾਰਗ 'ਤੇ ਹੱਠ ਸਵੈਮ ਕਰਨਾ ਪੈਂਦਾ ਹੈ, ਕੋਸ਼ਿਸ਼ ਮਿਹਨਤ ਕਹਿ ਲਓ, ਸੰਕਲਪ। ਪ੍ਰੇਮ ਦੇ ਮਾਰਗ 'ਤੇ ਹੱਠ ਕਰਨਾ ਨਹੀਂ ਪੈਂਦਾ ਹੈ, ਹੱਠ ਹੁੰਦਾ ਹੈ, ਸੁਭਾਵਿਕ। ਜਿਵੇਂ ਕਿਸੇ ਦੇ ਨਾਲ ਪ੍ਰੇਮ ਹੋਵੇ, ਉਹਦੀ ਆਦਮੀ ਜਦੋਂ ਸੇਵਾ ਕਰਦਾ ਹੈ, ਅਤੇ ਇਹ ਥੋੜ੍ਹੀ ਕਹਿੰਦਾ ਹੈ ਵੀ ਮੈਂ ਤੇਰੇ ਵਾਸਤੇ ਇੰਨਾ ਕੁਝ ਕਰ ਰਿਹਾ। ਪ੍ਰੇਮ ਦੇ ਵਿੱਚ ਬਹੁਤ ਕੁਛ ਹੁੰਦਾ ਹੈ, ਪਰ ਆਦਮੀ ਦਾਅਵਾ ਨਹੀਂ ਕਰਦਾ, ਅਤੇ ਜਿਹੜਾ ਦਾਅਵਾ ਕਰਦਾ ਹੈ ਉਹਨੂੰ ਪ੍ਰੇਮ ਨਹੀਂ ਹੁੰਦਾ। ਅਤੇ ਪ੍ਰੇਮ ਦੇ ਵਿੱਚ ਤਾਂ ਬਹੁਤ ਕੁਛ ਹੁੰਦਾ ਹੈ, ਹੱਠ ਬਹੁਤ ਹੁੰਦਾ ਹੈ। ਹੁਣ ਗੁਰੂਆਂ ਕੋਲ, ਪੀਰਾਂ ਕੋਲ, ਫਕੀਰਾਂ ਕੋਲ ਕਿੰਨੇ ਰਹੇ ਹਨ ਸਿੱਖ ਭਗਤ ਜਗਿਆਸੂ, ਅਤੇ ਉਹਨਾਂ ਕੋਲ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਹੈ, ਤਾਂ ਉਹਨਾਂ ਨੂੰ ਹੱਠ 'ਤੇ ਕਰਨਾ ਹੀ ਪਿਆ ਹੈ ਨਾ। ਕੋਈ ਘਰ ਪਰਿਵਾਰ ਵੱਲੋਂ ਧਿਆਨ ਹਟਾਉਣਾ, ਮਨ 'ਤੇ ਵਾਰ-ਵਾਰ ਭੱਜਦਾ ਹੀ ਹੋਊ, ਕਰਨ ਨੂੰ ਖਿਆਲ ਆਉਂਦਾ ਹੀ ਹੋ, ਪਰ ਪ੍ਰੇਮ ਕਰਕੇ ਹੱਠ ਹੋਇਆ। ਅਤੇ ਜਿਨ੍ਹਾਂ ਨੂੰ ਪ੍ਰੇਮ ਨਹੀਂ ਸੀ ਉਹ ਵਾਪਸ ਮੁੜ ਗਏ। ਜਿਵੇਂ ਆ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਨੌਜਵਾਨ ਆਇਆ ਸੀ, ਉਹਨੂੰ ਪ੍ਰੇਮ ਨਹੀਂ ਸੀ। ਚਲੋ ਕੋਈ ਗੱਲ ਨਹੀਂ, ਸੁਭਾਵਿਕ ਹੀ ਹੁੰਦਾ ਹੈ, ਕਿਸੇ ਦੇ ਵੱਸ ਦੀ ਗੱਲ ਨਹੀਂ। ਪ੍ਰੇਮ ਕਰ ਲੈਣਾ, ਪ੍ਰੇਮ ਆਪਣੇ ਆਪ ਹੁੰਦਾ ਹੈ, ਸੁਭਾਵਿਕ ਹੈ। ਅਤੇ ਉਹਦੇ ਅੰਦਰ ਪ੍ਰੇਮ ਨਹੀਂ ਸੀ, ਪਰ ਉਹਦੇ ਕੋਲ ਹੱਠ ਵੀ ਨਹੀਂ ਹੈ, ਦ੍ਰਿੜਤਾ ਵੀ ਨਹੀਂ ਹੈ। ਕੁਛ ਦਿਨਾਂ ਦੇ ਵਿੱਚ ਹੀ ਉਹਦੀ ਦ੍ਰਿੜਤਾ ਵੇਲੇ ਟੁੱਟ ਗਈ, ਜਿਹੜਾ ਇੰਨਾ ਸੰਕਲਪ ਲੈ ਕੇ ਆਇਆ ਸੀ। ਅਤੇ ਇੰਨੀ ਦ੍ਰਿੜਤਾ ਵੀ ਨਹੀਂ ਹੈ ਨਾ। ਅਤੇ ਜਿਨ੍ਹਾਂ ਦੇ ਵਿੱਚ ਦ੍ਰਿੜਤਾ ਬਹੁਤ ਸੀ, ਸੰਕਲਪ ਬਹੁਤ ਸੀ, ਹੱਠ ਬਹੁਤ ਸੀ, ਸਾਲਾਂ ਬੱਧੀ ਦੇਖੋ ਲੱਗੇ ਹੀ ਰਹੇ। ਅਤੇ ਹੱਠ ਦੁਬਾਰਾ ਵੀ ਸਾਰਿਆਂ ਨੂੰ ਨਹੀਂ ਮਿਲਿਆ ਹੈ, ਕਿਉਂਕਿ ਹੱਠ ਆਦਮੀ ਇਸ ਕਾਰਨ ਵੀ ਕਰ ਲੈਂਦਾ ਹੈ, ਜਿਵੇਂ ਮੈਂ ਪਹਿਲਾਂ ਵੀ ਇੱਕ ਸਾਧੂ ਦਾ ਜ਼ਿਕਰ ਕੀਤਾ ਸੀ, ਅਸੀਂ ਇਲਾਹਾਬਾਦ ਗਏ ਹੋਏ ਸੀ,
ਤਾਂ ਉੱਥੇ ਇੱਕ ਸਾਧੂ ਦੀ ਇੱਕ ਬਾਂਹ ਉੱਪਰ ਨੂੰ ਹੋਈ, ਇਸ ਤਰ੍ਹਾਂ ਕੀਤੀ ਹੋਈ ਉਹਨੇ, ਤੇ ਲੋਕ ਦਰਸ਼ਨਾਂ ਨੂੰ ਜਾ ਰਹੇ ਸਨ। ਬਹੁਤ ਕਹਿੰਦੇ ਬਹੁਤ ਮਹਾਨ ਸਾਧੂ ਆਏ ਹੋਏ ਆ, ਕਰੋ ਦਰਸ਼ਨ। ਅਸੀਂ ਦੇਖਿਆ ਤਾਂ ਉਹਦੀ ਬਾਂਹ ਉੱਪਰ ਨੂੰ ਸੀ, ਬਿਲਕੁਲ ਨਿੱਕੀ ਜਿਹੀ ਜਿੱਦਾਂ ਸੁੱਕੀ ਹੋਈ ਬੱਚੇ ਦੀ ਹੁੰਦੀ ਹੈ, ਦੂਸਰੀ ਪੂਰੀ ਬਾਂਹ ਸੀ। ਅਸੀਂ ਪੁੱਛਿਆ ਵੀ ਇਹ ਕੀ ਗੱਲ ਹੋਈ? ਕਹਿੰਦੇ ਗੱਲ ਕੁਝ ਨਹੀਂ ਹੋਈ, ਇਹਨਾਂ ਨੇ ਉੱਪਰ ਨੂੰ ਬਾਂਹ ਕਰ ਲਈ ਵੀ ਜਿੰਨਾ ਚਿਰ ਪਰਮਾਤਮਾ ਨਹੀਂ ਮਿਲਦਾ ਮੈਂ ਥੱਲੇ ਨਹੀਂ ਕਰਾਂਗਾ ਬਾਂਹ। ਚੈਲੰਜ ਕਰਤਾ ਪਰਮਾਤਮਾ ਨੂੰ ਵੀ ਤੂੰ ਮਿਲੇਗਾ ਤਾਂ ਥੱਲੇ ਕਰਨੀ, ਨਹੀਂ ਤੇ ਨਹੀਂ ਕਰ। ਹੁਣ ਬਾਂਹ ਤੇ ਉੱਪਰ ਹੀ ਰਹਿ ਗਈ, ਸੁੱਕ ਗਈ। ਤਾਂ ਉਹਨਾਂ ਦਾ ਹੰਕਾਰ ਮਜ਼ਬੂਤ ਹੋ ਗਿਆ, ਉਹ ਮਹਾਨ ਸੰਤ ਬਣ ਗਏ, ਪ੍ਰਤਿਸ਼ਠਿਤ ਹੋ ਗਏ, ਲੋਕ ਮੰਨਣ ਲੱਗ ਪਏ ਉਹਨਾਂ ਨੂੰ, ਹਉਂ ਵੱਧ ਗਈ। ਅਤੇ ਬਹੁਤੇ ਜਿਹੜੇ ਹਠੀ ਹਨ, ਜੱਪੀ ਹਨ, ਤਪੀ ਹਨ, ਉਹਨਾਂ ਦਾ ਹੰਕਾਰ ਵੱਧ ਜਾਂਦਾ ਹੈ ਹੱਠ ਦੁਆਰਾ, ਲੋਕ ਪ੍ਰਭਾਵਿਤ ਹੁੰਦੇ ਹਨ, ਉਲਟਾ ਕੰਮ ਹੋ ਜਾਂਦਾ। ਅਤੇ ਕਈ ਤਨ ਸੁਕਾ ਲੈਂਦੇ ਹਨ ਹੱਠ ਦੁਆਰਾ। ਅਤੇ ਵੈਸੇ ਹੱਠ ਦੁਆਰਾ ਪਰਮਾਤਮਾ ਨਹੀਂ ਮਿਲਦਾ, ਫਿਰ ਵੀ ਹੱਠ ਤੇ ਕਰਦੇ ਹੀ ਹਨ ਸਾਧਕ ਸੰਸਾਰ ਵੱਲੋਂ ਹਟਣ ਵਾਸਤੇ, ਧਿਆਨ ਹਟਾਉਣ ਵਾਸਤੇ। ਪਰ ਹੱਠ ਨਾ ਪਤੇ, ਜੇ ਪ੍ਰਮਾਤਮਾ ਹੱਠ ਦੁਆਰਾ ਖੁਸ਼ ਨਹੀਂ ਹੁੰਦਾ ਹੈ, ਹੱਠ ਦੁਆਰਾ ਝੂਠ ਨੂੰ ਛੱਡਣਾ ਹੈ, ਅਸਤ ਨੂੰ ਛੱਡਣਾ ਹੈ, ਜਾਂ ਕਹਿ ਲਈਏ ਮਨ ਨੂੰ ਮਾਰਨਾ ਹੈ। ਮਨ ਮਰੇ ਤਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ